प्रधान जी की मसला तुहानू इत्थे इकट्ठा होना पिया, की कारण आ, की गलबात आ, पिंड दा मसला की है? कुलदीप सिंह सन ऑफ सुखदेव सिंह बालद कला ने सुखदीप सिंह पुत्र भोला सिंह वो तो जमीन खरीदी थी। उस तो बाद सुखदीप सिंह के घर वाली है जी वो अगराहां ग्रुप की महिला ग्रुप की प्रधान है। ਜਦੋਂ ਉਹਦੇ ਸਹੁਰੇ ਨੇ ਜ਼ਮੀਨ ਵੇਚਤੀ ਜਾਂ ਉਹਦੇ ਘਰ ਵਾਲੇ ਨੇ ਜ਼ਮੀਨ ਵੇਚਤੀ, ਉਹ ਦੁਬਾਰੇ 20-25 ਸਾਲ ਹੋ ਗਏ ਜ਼ਮੀਨ ਖਰੀਦਣ ਨੂੰ। ਇੰਤਕਾਲ ਸਾਡੇ ਨਾਂ ਹੈ, ਗਰਦੌਰੀਆਂ ਉਹਨਾਂ ਦੇ ਨਾਂ ਨੇ ਤੇ ਕਬਜ਼ਾ ਉਹਨਾਂ ਦਾ। ਉਹ ਧੱਕੇ ਨਾਲ ਬਾਹਰੋਂ ਅਗਰਾਹ ਗਰੁੱਪ ਦੀ ਸਪੋਰਟ ਨਾਲ ਉਹ ਕਬਜ਼ਾ ਕਰਨਾ ਚਾਹੁੰਦੀ ਹੈ। ਤੇ ਜਦੋਂ ਉਹਦਾ ਸਹੁਰਾ ਵੇਚ ਗਿਆ, ਉਹਦੇ ਘਰ ਵਾਲਾ ਵੇਚ ਗਿਆ, ਤਾਂ ਪੈਸੇ ਉਹ ਲੈ ਗਏ ਤੇ ਉਹਨੂੰ ਕਬਜ਼ਾ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ। ਤੁਸੀਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਕਿਉਂ ਇਲਜ਼ਾਮ ਲਾ ਰਹੇ ਹੋ ਜੀ? ਉਗਰਾਹਾਂ ਗਰੁੱਪ ਆਪ ਪਹੁੰਚਿਆ ਸੀ ਇਹ ਮਾਮਲੇ ਦੇ ਵਿੱਚ? ਸਾਡੇ ਪਿੰਡ ਦੀ ਇਕਾਈ ਹੈ ਜਿਹੜੀ ਲੇਡੀਜ਼ ਇਕਾਈ ਹੈਗੀ ਇਸਤਰੀ ਵਿੰਗ ਦੀ, ਉਹਦੀ ਪ੍ਰਧਾਨ ਹੈ ਬਲਜੀਤ ਕੌਰ। ਉਹਦਾ ਮਸਲਾ ਹੈ ਜੀ, ਉਹਦੀ ਜ਼ਮੀਨ ਦੇ ਕੋਈ ਰੌਲਾ ਹੈ, ਉਹਦਾ ਮਸਲਾ ਹੈਗਾ। ਉਹਦੇ ਵਿੱਚ ਸਾਡਾ ਕੋਈ ਕਬਜ਼ਾ ਕਰਾਉਣ ਦਾ ਕੋਈ ਉਹ ਨਹੀਂ ਹੈਗਾ। ਲੜਾਈ ਝਗੜਾ ਕਰਦੇ ਨੇ ਤੇ ਧੱਕਾ ਕਰਦੇ ਨੇ। ਕਿਹਾ ਜਾ ਰਿਹਾ ਵੀ ਘਰੇਲੂ ਤਾਂ ਲੜਾਈ ਆ, ਪਰ ਜਿਹੜੀ ਉਗਰਾਹਾਂ ਦੀ ਇਕਾਈ ਟੀਮ ਆ, ਜਾਣੀ ਕਿ ਤੁਸੀਂ ਪ੍ਰਧਾਨ ਹੋ ਜੀ, ਹੋਰ ਵੀ ਜਿਹੜੀ ਤੁਹਾਡੀ ਟੀਮ ਆ ਬਈ ਉਹਨਾਂ ਨੇ ਉੱਥੇ ਕਬਜ਼ਾ ਕਰਵਾਉਣ ਦੀ ਵੀ ਕੋਸ਼ਿਸ਼ ਕਰੀ, ਉਹ ਨਾਲ ਗਏ ਜੀ, ਉੱਥੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਜਿਸ ਦਿਨ ਇਹਨਾਂ ਦੀ ਲੜਾਈ ਹੋਈ ਆ, ਸਾਡਾ ਸੰਗਰੂਰ ਧਰਨਾ ਸੀਗਾ, ਉਗਰਾਹਾਂ ਸਾਹਿਬ ਆਏ ਹੋਏ ਸੀਗੇ। ਅਸੀਂ ਸੰਗਰੂਰ ਧਰਨੇ ਦੇ ਵਿੱਚ ਹੀ, ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਸਾਨੂੰ ਤਾਂ ਪਤਾ ਵੀ ਨਹੀਂ ਵੀ ਲੜਾਈ ਹੋਈ ਹੈਗੀ ਉਸ ਦਿਨ। ਇੱਕ ਤਾਂ ਇਹ ਹੁੰਦਾ ਵੀ ਆਪਾਂ ਕਿਸੇ ਤੋਂ ਸੁਣੀਏ, ਪੁੱਛੀਏ, ਕਰੀਏ ਵੀ ਇਹ ਕੀ ਹੋਇਆ। ਜਾਣੀ ਉਦੋਂ ਬਲਜੀਤ ਕੌਰ ਨੇ ਮੌਕੇ ਤੇ ਉੱਥੇ ਇਹ ਬੜੇ ਲੇਰੀ ਨਾਲ ਕਹਿਤੇ ਵੀ ਇਹ ਮੈਂ ਕੀਤੀ, ਅਸੀਂ ਰਾਉਂਡ ਅਪ ਕਰਤੀ, ਬਰਬਾਦ ਕਰਤੀ ਬਸ। ਹਾਂ ਵੀ ਇਹ ਅਸੀਂ ਕੀਤੀ ਹੈ। ਔਰ ਉਹ ਕਈ ਵਾਰੀ ਇਹ ਵੀ ਸੁਣਨ ਚਾਹੁੰਦਾ ਸੀ ਵੀ ਸਾਡੇ ਤੇ ਕੋਈ ਪਰਚਾ ਪੁਰਚਾ ਨਹੀਂ ਹੁੰਦਾ, ਵੀ ਜਿਹਨੇ ਜਿਹੜਾ ਕੁਝ ਕਰਨਾ ਹੈ ਕਰ ਲਓ। ਧੱਕਾ ਸਹੀ ਇਹ ਕੋਈ ਨਹੀਂ, ਉਹ ਆਪਦਾ ਹੱਕ ਮੰਗ ਰਹੀ ਹੈ। ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਅਮਨਦੀਪ ਸਿੰਘ ਮਾਝਾ, ਜ਼ਿਲ੍ਹਾ ਸੰਗਰੂਰ, ਬਲਾਕ ਭਵਾਨੀਗੜ੍ਹ ਦੇ ਪਿੰਡ ਬਾਲਦ ਕਲਾਂ ਵਿਖੇ ਮੌਜੂਦ ਹਾਂ, ਜਿੱਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਸਮੇਤ ਸਾਰਾ ਪਿੰਡ ਦੀ ਪੰਚਾਇਤ ਇੱਕ ਪਾਸੇ ਆ ਅਤੇ ਇੱਕ ਪਾਸੇ ਪਰਿਵਾਰ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਆ। ਕਿਹਾ ਜਾ ਰਿਹਾ ਕਿ ਉਗਰਾਹਾਂ ਗਰੁੱਪ ਧੱਕਾ ਕਰਵਾ ਰਿਹਾ, ਪਿੰਡ ਦੇ ਵਿੱਚ ਆ ਕੇ ਇੱਕ ਨਿੱਜੀ ਦਖਲ ਦੇ ਰਿਹਾ, ਨਿੱਜੀ ਮਸਲੇ ਤੇ ਦਖਲ ਦੇ ਰਿਹਾ। ਜੋ ਵੀ ਜ਼ਮੀਨ ਆ, ਕਿਸੇ ਜ਼ਮੀਨ ਦਾ ਝਗੜਾ, ਉਹ ਗੱਲਬਾਤ ਵੀ ਕਰਾਂਗੇ। ਪਹਿਲਾਂ ਤਸਵੀਰਾਂ ਦਿਖਾਉਂਦੇ ਆ ਕਿ ਬਾਲਦ ਕਲਾਂ ਦੀ ਤਸਵੀਰਾਂ ਦਿਖਾ ਰਹੇ ਹਾਂ ਕਿ ਕਲਾਂ ਦਾ ਪੂਰਾ ਇਕੱਠ ਹੋਇਆ। ਇੱਥੇ ਸਾਂਝੀ ਜਗ੍ਹਾ ਤੇ ਇੱਕ ਵੱਡਾ ਇਕੱਠ ਹੋਇਆ, ਜਿੱਥੇ ਵੱਡੀ ਗਿਣਤੀ 'ਚ ਪਿੰਡ ਵਾਸੀ ਪਹੁੰਚੇ ਨੇ, ਪੰਚਾਇਤ ਪਹੁੰਚੀ ਆ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਪਹੁੰਚੇ ਨੇ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਪਹੁੰਚੇ ਨੇ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਪਹੁੰਚੇ ਨੇ। ਸੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਮੌਜੂਦ ਨੇ। ਉਹ ਸਾਰੀ ਜਾਣਕਾਰੀ ਉਹਨਾਂ ਤੋਂ ਲੈਂਦੇ ਆ ਕਿ ਮਸਲਾ ਕੀ ਆ, ਕਿਉਂ ਵੱਡਾ ਇਕੱਠ ਕਰਨਾ ਪਿਆ, ਕਿਉਂ ਤੁਹਾਨੂੰ ਇੱਥੇ ਇੱਕ ਸਟੇਜ ਸੰਬੋਧਨ ਕਰਨਾ ਪਿਆ, ਕਾਫੀ ਟਾਈਮ ਲਾਇਆ, ਪੂਰਾ ਪਿੰਡ ਦਾ ਇਕੱਠਾ, ਮਸਲਾ ਕੀ ਆ ਇਹ ਪਤਾ ਕਰਾਂਗੇ। ਪ੍ਰਧਾਨ ਜੀ ਕੀ ਮਸਲਾ ਤੁਹਾਨੂੰ ਇੱਥੇ ਇਕੱਠਾ ਹੋਣਾ ਪਿਆ, ਕੀ ਕਾਰਨ ਆ, ਕੀ ਗੱਲਬਾਤ ਆ, ਪਿੰਡ ਦਾ ਮਸਲਾ ਕੀ ਆ ਜੀ? ਪਿੰਡ ਦਾ ਮਸਲਾ ਇਹ ਹੈ, ਕੁਲਦੀਪ ਸਿੰਘ ਸਨ ਆਫ ਸੁਖਦੇਵ ਸਿੰਘ ਬਾਲਦ ਕਲਾ ਨੇ ਸੁਖਦੀਪ ਸਿੰਘ ਪੁੱਤਰ ਭੋਲਾ ਸਿੰਘ ਉਹ ਤੋਂ ਜ਼ਮੀਨ ਖਰੀਦੀ ਸੀ। ਉਸ ਤੋਂ ਬਾਅਦ ਸੁਖਦੀਪ ਸਿੰਘ ਦੇ ਘਰ ਵਾਲੀ ਹੈ ਜਿਹੜੀ ਉਹ ਅਗਰਾਹਾਂ ਗਰੁੱਪ ਦੀ महिला ग्रुप की प्रधान है। ਜਦੋਂ ਉਹਦੇ ਸਹੁਰੇ ਨੇ ਜ਼ਮੀਨ ਵੇਚਤੀ ਜਾਂ ਉਹਦੇ ਘਰ ਵਾਲੇ ਨੇ ਜ਼ਮੀਨ ਵੇਚਤੀ, ਉਹ ਦੁਬਾਰੇ 20-25 ਸਾਲ ਹੋ ਗਏ ਜ਼ਮੀਨ ਖਰੀਦਣ ਨੂੰ। ਇੰਤਕਾਲ ਸਾਡੇ ਨਾਂ ਹੈ, ਗਰਦੌਰੀਆਂ ਉਹਨਾਂ ਦੇ ਨਾਂ ਨੇ ਤੇ ਕਬਜ਼ਾ ਉਹਨਾਂ ਦਾ। ਉਹ ਧੱਕੇ ਨਾਲ ਬਾਹਰੋਂ ਅਗਰਾਹ ਗਰੁੱਪ ਦੀ ਸਪੋਰਟ ਨਾਲ ਉਹ ਕਬਜ਼ਾ ਕਰਨਾ ਚਾਹੁੰਦੀ ਹੈ। ਪਹਿਲਾਂ ਵੀ ਉਹਨੇ ਇੱਕ ਵਾਰੀ ਜ਼ਮੀਨ ਤੇ ਕਬਜ਼ਾ ਕੀਤਾ, ਤਾਂ ਦੁਬਾਰਾ ਜਿਹੜੇ ਬੰਦਿਆਂ ਨੇ ਜ਼ਮੀਨ ਖਰੀਦੀ ਸੀ 2 ਬਿੱਘੇ 19 ਵਿਸਵੇ, ਉਹਨਾਂ ਨੇ ਆਪਣੀ ਫਸਲ ਬੀਜੀ, ਤਾਂ ਬਲਜੀਤ ਕੌਰ ਨੇ ਸਪਰੇਅ ਲਿਆ ਕੇ ਉਹਦੇ ਉੱਤੇ ਨੁਕਸਾਨ ਕਰਤਾ ਜਿਹੜਾ ਉਹਨਾਂ ਦਾ ਨੀਰਾ ਚਾਰਾ ਸੀ। ਵੈਸੇ ਮਸਲਾ ਕਿੰਨੀ ਜ਼ਮੀਨ ਦਾ ਪ੍ਰਧਾਨ ਜੀ? 2 ਬਿੱਘੇ 19 ਵਿਸਵੇ ਜ਼ਮੀਨ ਦਾ ਮਸਲਾ ਹੈ। ਠੀਕ ਹੈ। ਤੇ ਉਹਨਾਂ ਦੇ ਨਾਲ ਗਰਦੌਰੀਆਂ ਨੇ 20-25 ਸਾਲਾਂ ਤੋਂ ਉਹਨਾਂ ਦਾ ਤਕਸੀਮ ਨਹੀਂ ਹੋਈ, ਵੀ ਵੱਡਾ ਮਸਲਾ ਇਹੀ ਹੈ ਜੀ। ਤਕਸੀਮ ਨਹੀਂ ਹੋਈ ਹੈਗੀ ਤੇ ਤਕਸੀਮ ਵਾਲਾ ਵੀ ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ। ਤੇ ਜਦੋਂ ਉਹਦਾ ਸਹੁਰਾ ਵੇਚ ਗਿਆ, ਉਹਦੇ ਘਰ ਵਾਲਾ ਵੇਚ ਗਿਆ, ਤਾਂ ਪੈਸੇ ਉਹ ਲੈ ਗਏ ਤੇ ਉਹਨੂੰ ਕਬਜ਼ਾ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ। ਕਬਜ਼ਾ ਵੀ ਧੱਕੇ ਨਾਲ ਕਰਦੇ ਨੇ ਤੇ ਪਿੰਡ ਵਾਲੇ ਨੂੰ ਚੈਲੰਜ ਕਰਦੇ ਨੇ ਵੀ ਨਾ ਸਾਡੇ ਤੇ ਪਰਚਾ ਹੋਵੇ ਤੇ ਨਾ ਸਾਨੂੰ ਕੋਈ ਜ਼ਮੀਨ ਵਾਉਣ ਤੋਂ ਰੋਕ। ਵੈਸੇ ਕਬਜ਼ਾ ਕਰ ਲਿਆ ਜੀ? ਨਹੀਂ, ਕਬਜ਼ਾ ਉਹਨਾਂ ਦਾ ਅਸੀਂ ਪਿੰਡ ਵਾਲਿਆਂ ਨੇ ਹੋਣ ਨਹੀਂ ਦਿੱਤਾ, ਨਾ ਮਾਲਕਾਂ ਨੇ ਹੋਣ ਦਿੱਤਾ ਹੈ। ਲੜਾਈ ਝਗੜਾ ਕਰਿਆ ਉਹਨਾਂ ਨੇ ਆ ਕੇ, ਜਿਹੜੇ ਬੰਦਿਆਂ ਲਵੇ ਹੁਣ ਕਬਜ਼ਾ ਹੈ ਤੇ
ਇੰਤਕਾਲ ਉਹਨਾਂ ਦੇ ਨਾਮ ਹੈ, ਉਹਨਾਂ ਦੇ ਉੱਤੇ ਸੱਬੀ ਬਣਾਤੀ। ਜਿਹੜੇ ਬੰਦੇ ਕਬਜ਼ਾ ਕਰਨ ਆਏ ਤੇ ਉਹਨਾਂ ਦੇ ਪਹਿਲਾਂ 452 ਲੱਗੀ ਹੋਈ ਸੀ, ਉਹਨਾਂ ਦੇ ਮਕਾਨ ਤੇ ਆ ਕੇ ਇੱਟਾਂ ਰੋੜੇ ਮਾਰੇ ਤੇ ਬੰਦਿਆਂ ਨੂੰ ਕੁੱਟਮਾਰ ਕਰੀ। ਉਹ ਪ੍ਰਸ਼ਾਸਨ ਨੇ 452 ਤੋੜੀ ਹੈ। ਅਸੀਂ ਤਿੰਨੇ ਜਥੇਬੰਦੀਆਂ ਵੱਲੋਂ ਨਿਖੇਧੀ ਕਰਦੇ ਹਾਂ ਵੀ ਜਿਹੜੀ 452 ਤੋੜੀ ਹੈ ਉਹ ਦੁਬਾਰੇ ਲੱਗਣੀ ਚਾਹੀਦੀ ਹੈ। ਜਿਹੜੀ ਸੱਬੀ ਲਈ ਹੈ ਦੁਬਾਰੇ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਤਾਂ ਜੋ ਸੱਚ ਦਾ ਸੱਚ ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆ ਜਾਵੇ। ਪਰ ਤੁਸੀਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਕਿਉਂ ਇਲਜ਼ਾਮ ਲਾ ਰਹੇ ਹੋ ਜੀ? ਉਗਰਾਹਾਂ ਗਰੁੱਪ ਆਪ ਪਹੁੰਚਿਆ ਸੀ ਇਹ ਮਾਮਲੇ ਦੇ ਵਿੱਚ? ਅਸੀਂ ਉਗਰਾਹਾਂ ਗਰੁੱਪ ਜਥੇਬੰਦੀ ਤੇ ਨਹੀਂ ਦੋਸ਼ ਲਾ ਰਹੇ। ਜਿਹੜੇ ਜਥੇਬੰਦੀ ਦੇ ਪਿੰਡ ਇਕਾਈ ਦੇ ਪ੍ਰਧਾਨ ਨੇ ਜਾਂ ਮਹਿਲਾ ਵਿੰਗ ਦੀ ਜਿਹੜੀ ਉਹ ਬਲਜੀਤ ਕੌਰ ਪ੍ਰਧਾਨ ਬਣੀ ਹੋਈ ਹੈ, ਜੋ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨੇ ਸਪਰੇਅ ਕੀਤੀ ਹੈ ਹਰੇ ਚਾਰੇ ਦੇ ਉੱਤੇ, ਅਸੀਂ ਉਹਨਾਂ ਤੇ ਇਲਜ਼ਾਮ ਲਾਉਂਦੇ ਹਾਂ ਵੀ ਉਹ ਲਵੇ ਖੜ ਕੇ ਆਪ ਬਾਹਰੋਂ ਬੰਦੇ ਲਿਆ ਕੇ ਲੜਾਈ ਝਗੜਾ ਕਰਦੇ ਨੇ ਤੇ ਧੱਕਾ ਕਰਦੇ ਨੇ। ਉਹ ਧੱਕੇ ਦੇ ਖਿਲਾਫ ਅੱਜ ਅਸੀਂ ਤਿੰਨ ਜਥੇਬੰਦੀਆਂ ਨੇ ਪਿੰਡ ਦੀ ਗੂਗਾਮਾੜੀ ਦੇ ਵਿੱਚ ਇਕੱਠ ਕਰਿਆ, ਜਿਹਦੇ ਵਿੱਚ ਪੰਚਾਇਤ ਵੀ ਹਾਜ਼ਰ ਹੈ ਤੇ ਪਿੰਡ ਦੇ ਬਹੁ ਗਿਣਤੀ 'ਚ ਲੋਕ ਹਾਜ਼ਰ ਨੇ। ਇੱਥੇ ਅਸੀਂ ਅੱਜ ਫੈਸਲਾ ਕਰਿਆ ਵੀ ਜਿਹੜਾ ਕੇਸ ਹੈ ਉਹਨਾਂ ਦੇ ਪਰ 26 ਬਣਾਈ ਹੈ ਜਾਂ 452 ਤੋੜੀ ਹੈ, ਇਹਦੀ ਦੁਬਾਰੇ ਇਨਕੁਆਇਰੀ ਹੋਵੇ। ਜੇਕਰ ਪ੍ਰਸ਼ਾਸਨ ਨੇ ਅੱਜ ਨਾ ਸੁਣੀ ਜਾਂ ਉਗਰਾਹਾਂ ਗਰੁੱਪ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ, ਇਹਦੇ ਉੱਤੇ ਕੋਈ ਐਕਸ਼ਨ ਨਾ ਲਿਆ ਜਾਂ ਆਪਦਾ ਪੱਖ ਨਾ ਰੱਖਿਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਵਿੱਢਾਂਗੇ। ਬਿਲਕੁਲ ਜੀ। ਜਥੇਦਾਰ ਜੀ, ਕੀ ਮਸਲਾ ਕਹਿ ਰਹੇ ਨੇ ਪ੍ਰਧਾਨ ਜੀ ਕਿ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਆ ਜੀ? ਜੋ ਵੀ ਪਰਚੇ ਦਰਜ ਹੋਏ ਨੇ, ਜਾਨੀ ਕਿ ਜਿਹੜਾ ਮਾਮਲਾ ਇਹ ਤਾਂ ਪੁਲਿਸ ਪ੍ਰਸ਼ਾਸਨ ਲਵੇ ਪਹੁੰਚ ਗਿਆ ਜੀ, ਇਹ ਤਾਂ ਅਦਾਲਤ ਚਲੇ ਗਿਆ ਕਿਉਂਕਿ ਪਰਚੇ ਦਰਜ ਹੋ ਗਏ। 2-3 ਵਾਰੀ ਪਹੁੰਚ ਗਿਆ ਜੀ। ਪੁਲਿਸ ਪ੍ਰਸ਼ਾਸਨ ਨੇ ਪੂਰੀ ਇਹਦੀ ਪੈਰਵਾਈ ਕਰਕੇ ਇਨਸਾਫ ਨਹੀਂ ਦਿੱਤਾ। ਇਸ ਪਰਿਵਾਰ ਨੂੰ ਇਹਨਾਂ ਦੀ ਗੱਲ ਨਹੀਂ ਸੁਣੀ ਗਈ। ਦੂਜੇ ਪਾਸੇ ਚਾਹੇ ਜਥੇਬੰਦੀ ਦਾ ਜ਼ੋਰ ਲਾ ਲਓ, ਜਿਵੇਂ ਮਰਜ਼ੀ ਉਹਨਾਂ ਦਾ ਦਬਾਅ ਬਣਿਆ ਹੈ। ਤੇ ਇਹ 2-3 ਖੇਵਟਾਂ ਜ਼ਮੀਨ ਹੈ, ਜਿਹੜੀ ਬਲਜੀਤ ਕੌਰ ਦੀ ਜ਼ਮੀਨ ਹੈ, ਬਣਦੀ ਹੋਊਗੀ, ਉਹਦਾ ਹੱਕ ਬਣਦਾ ਹੋਊਗਾ, ਪਰ ਇੱਥੇ ਨਹੀਂ ਬਣਦਾ ਜਿੱਥੇ ਕਬਜ਼ਾ ਇਹਨਾਂ ਦਾ ਕੀਤਾ ਹੈ 20-22 ਸਾਲ ਦਾ। ਇਹਦੇ ਨਾਲ ਧੱਕਾ ਹੋ ਰਿਹਾ ਪਰਿਵਾਰ ਨਾਲ। ਉਹਦਾ ਜਿੱਥੇ ਵੀ ਬਣਦਾ ਬਰੰਟ ਕਬਜ਼ੇ ਰਾਹੀਂ ਉਹ ਕਬਜ਼ਾ ਲੈ ਸਕਦੀ ਸੀ, ਪਰ ਆਹ ਜਿਹੜਾ ਹੋ ਰਿਹਾ ਇਹ ਜਥੇਬੰਦੀ ਦੇ ਜ਼ੋਰ ਤੇ ਉਹ ਦਿਖਾ ਰਹੀ ਹੈ ਪਿੰਡ ਦੇ ਵਿੱਚ ਗੁੰਡਾਗਰਦੀ ਕਰ ਰਹੀ ਹੈ। ਵਧੀਆ ਗੱਲ ਨਹੀਂ ਹੈਗੀ, ਮਾੜੀ ਗੱਲ ਹੈ। ਜਾਨੀ ਕਿ ਪਿੰਡ ਵਾਸੀ ਸਾਰੇ ਇਕੱਠੇ ਹੋ, ਤੁਹਾਨੂੰ ਵੀ ਪਤਾ ਕਿ ਗਲਤ ਹੋ ਰਿਹਾ ਉਹ ਦੂਜੇ ਪਰਿਵਾਰ ਨਾਲ। ਹਾਂ, ਉਹਨਾਂ ਨਾਲ ਗਲਤ ਹੋ ਰਿਹਾ ਜੀ। ਜਿਹਦਾ 20-22 ਸਾਲ ਦਾ ਕਬਜ਼ਾ ਹੋਵੇ, ਕੋਈ ਵੀ ਅਦਾਲਤ ਇਹੀ ਜੀ ਨਹੀਂ ਜਿਹੜਾ ਉਹਦਾ ਕਬਜ਼ਾ ਆ ਕੇ ਫਸਲ ਵਾਧੂਗੀ। ਉਹ ਪਹਿਲਾਂ ਬਰੰਟ ਕਬਜ਼ਾ ਲੈਣਾ ਪੈਂਦਾ। ਜੇ ਇੱਥੇ ਬਣਦਾ ਹੁੰਦਾ ਤਾਂ ਇੱਥੇ ਲੈ ਲੈਂਦੇ, ਕਾਨੂੰਨੀ ਕਾਰਵਾਈ ਨਾਲ ਲੈਣਾ ਸੀ। ਇਹ ਗਲਤ ਹੋ ਰਿਹਾ ਜੀ। ਜਥੇਬੰਦੀ ਦੇ ਜ਼ੋਰ ਤੇ ਜਾਂ ਪਿੰਡ ਦੇ ਕੁਝ ਅੰਸਰ ਇਹੋ ਜਿਹੇ ਨੇ ਜਿਹੜੇ ਇਸ ਗੱਲ ਨੂੰ ਜ਼ਿਆਦਾ ਉਹ ਕਰ ਰਹੇ ਨੇ। ਜਥੇਬੰਦੀ ਦੇ ਆਗੂ ਇੱਥੇ ਪਹੁੰਚੇ ਸਨ ਕਿ ਇਕਾਈ ਵਾਲੇ ਆਗੂ ਹੀ ਸੀ? ਇਕਾਈ ਵਾਲੇ ਇੱਥੇ ਪਿੰਡ ਵਾਲੇ ਹੀ ਆਉਂਦੇ ਨੇ। ਇੱਥੇ ਬਾਹਰਲੇ ਤਾਂ ਕੋਈ ਸਾਨੂੰ ਪਛਾਣ ਨਹੀਂ ਕੌਣ ਆਉਂਦੇ ਨੇ। ਆਉਂਦੇ ਹੈਗੇ ਨੇ, ਝੰਡਾ ਝੁੰਡਾ ਲਾਇਆ ਹੁੰਦਾ, ਪਰ ਇੱਥੇ ਵਾਲੇ ਕਰ ਰਹੇ ਨੇ, ਪਿੰਡ ਵਾਲੇ। ਹਾਂ, ਵੀ ਇੱਥੇ ਵਾਲੀ ਧੱਕਾਸ਼ਾਹੀ ਕਰ ਰਹੇ। ਬਾਕੀ ਇਹਨਾਂ ਦਾ ਜਿਹੜਾ ਕੋਈ ਘਰਾਚੋਂ ਹੈ, ਮਨਜੀਤ ਸਿੰਘ ਪਤਾ ਨਹੀਂ ਕੌਣ ਹੈ, ਮਤਲਬ ਜ਼ਿਲ੍ਹੇ ਦਾ ਜਾਂ ਹੋਊਗਾ, ਉਹਨੂੰ ਦਿਖਾਏ ਗਏ ਨੇ ਕਾਗਜ਼, ਜਿਵੇਂ ਸਾਰੇ ਬੰਦਿਆਂ ਨੇ ਦੱਸਿਆ। ਉਹਨੇ ਵੀ ਅਜੇ ਤੱਕ ਇਸ ਤੇ ਕੋਈ ਸਟੈਂਡ ਨਹੀਂ ਲਿਆ ਵੀ ਸਾਡੀ ਜਥੇਬੰਦੀ ਗਲਤ ਪਾਸੇ ਚੱਲ ਰਹੀ ਜਾਂ ਇਕਾਈ ਗਲਤ ਪਾਸੇ ਚੱਲ ਰਹੀ ਹੈ। ਕੋਈ ਇਹਦਾ ਜਵਾਬ ਨਹੀਂ ਦਿੱਤਾ। ਮੁੜ ਕੇ ਉਹਨੂੰ ਸਾਰੇ ਕਾਗਜ਼ ਪੱਤਰ ਅਸੀਂ ਪੇਸ਼ ਕਰ ਚੁੱਕੇ ਹਾਂ। ਪਰਿਵਾਰ ਬਹੁਤ ਵਾਰੀ ਪਹੁੰਚ ਕਰ ਚੁੱਕਿਆ। ਸਾਰਾ ਪਿੰਡ ਇੱਕ ਪਾਸੇ ਆ ਜੀ? ਹਾਂ, ਸਾਰਾ ਪਿੰਡ ਇੱਕ ਪਾਸੇ ਆ ਜੀ। ਧੱਕੇ ਦੇ ਖਿਲਾਫ ਹੈ ਸਾਰਾ, ਸ਼ਰੇਆਮ ਧੱਕਾ ਹੈ। ਕਿਸੇ ਦਾ ਵੀ ਕਬਜ਼ਾ 20-22 ਸਾਲ ਦਾ ਹੈ ਤੋੜਨਾ, ਨਜਾਇਜ਼ ਜਾਂ ਕੁੱਟਮਾਰ ਕਰਨੀ ਆ ਕੇ, ਤੇ ਗਲਤ ਹੋ ਰਿਹਾ ਹੈ। ਅੱਛਾ, ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੀ, ਜਾਨੀ ਕਿ ਉੱਥੇ ਹੀ ਕੁੱਟਮਾਰ ਹੋਈ? ਹਾਂ, ਉੱਥੇ ਹੋਈ ਹੈ। ਉੱਥੇ ਹੋਈ ਆ, ਘਰੇ ਗਏ ਨੇ ਉਹਨਾਂ ਦੇ ਬਾਅਦ ਚ। ਉਹਨਾਂ ਦਾ ਘਰ ਨਾਲ ਹੀ ਆ, ਅੰਦਰ ਜਾ ਵੜੇ ਕੁੱਟਦੇ ਕੁੱਟਦੇ। ਹਾਂਜੀ, ਹਾਂਜੀ ਬਾਈ ਜੀ, ਤੁਸੀਂ ਦੱਸੋ। ਕੋਈ ਗੱਲ ਨਹੀਂ ਨਾ, ਦੱਸੋ ਹੁਣ ਬੋਲੋ। ਤੁਸੀਂ ਪਹਿਲਾਂ ਬੋਲਦੇ ਤੇ ਪਤਾ ਕੀ ਗੱਲ ਵਿੱਚ ਬੋਲੀ ਜਾਂਦੇ, ਹੁਣ ਦੱਸੋ। ਖੈਰ, ਪਿੰਡ ਦੇ ਸਰਪੰਚ ਵੀ ਮੌਜੂਦ ਨੇ, ਸਰਪੰਚ ਗੁਰਦੇਵ ਸਿੰਘ ਮੌਜੂਦ ਨੇ ਸਾਡੇ ਨਾਲ, ਕਿਉਂਕਿ ਪਿੰਡ ਦੀ ਪੂਰੀ ਪੰਚਾਇਤ ਆ। ਭਾਰਤੀ ਕਿਸਾਨ ਜਥੇਬੰਦੀਆਂ ਮੌਜੂਦ ਨੇ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜਿਹੜੀ ਇਕਾਈ ਆ ਉਹ ਤੇ ਕਿਤੇ ਨਾ ਕਿਤੇ ਇਲਜ਼ਾਮ ਲਾ ਰਹੇ ਨੇ ਕਿ ਧੱਕੇਸ਼ਾਹੀ ਕਰਵਾ ਰਹੀ ਆ। ਸੋ ਸਰਪੰਚ ਸਾਹਿਬ ਮੌਜੂਦ ਨੇ। ਸਰਪੰਚ ਸਾਹਿਬ, ਕੀ ਮਸਲਾ ਜੀ? ਕਿਵੇਂ ਨਹੀਂ ਨਿਬੜ ਰਿਹਾ? ਕਿਵੇਂ ਪਰਚੇ ਹੋ ਗਏ? ਕੀ ਕਾਰਨ ਹੈ? ਇਹ ਮਸਲਾ ਪੰਚਾਇਤ ਕੋਲੇ ਵੀ ਆਇਆ। ਇਹ ਪਹਿਲਾਂ ਤੋਂ ਬਹੁਤ ਚਿਰ ਤੋਂ ਇਹ ਵਿਚਾਰੇ ਦੀ ਨੇ। ਇਹ ਕਈ ਵਾਰੀ ਇਹਦੇ ਤੇ ਇਕੱਠੇ ਵੀ ਹੋਲੇ। ਅੱਛਾ, ਉਹ ਤਾਂ ਚੱਲ ਰਿਹਾ ਸੀ, ਉਹਦਾ ਤਾਂ ਕਿਤੇ ਵੀ ਹੱਲ ਹੋ ਸਕਦਾ, ਤਾਂ ਜ਼ਮੀਨ ਹੈ। ਠੀਕ ਹੈ ਜੀ। ਇੱਕ ਜਿਹੜਾ ਇਹਦੇ 'ਚ ਗਲਤ ਗੱਲ ਹੋ ਰਹੀ ਯਾਰ, ਹੁਣ ਇਹਦੇ 'ਚ ਬਹੁਤ ਵੱਡੀ ਗੱਲ ਹੋਈ ਹੈ ਜਿਹੜੀ ਇਹ ਪਰਚੇ ਹੋਏ ਨੇ। ਅੱਛਾ, ਇਹਦੇ 'ਚ ਜਦੋਂ ਪਹਿਲਾਂ ਸਾਡੇ ਦੇਖਣ 'ਚ ਆਇਆ, ਜਿਹੜਾ ਲੜਾਈ ਵੱਲ ਨੂੰ ਵਧਣਾ, ਲੜਾਈ ਦਾ ਵਾਧਾ ਕਰਨਾ, ਇਹ ਜਿਹੜੀ ਬਲਜੀਤ ਕੌਰ ਹੈ ਕੁੜੀ, ਇਹ ਉਹਦੀ ਤਰਫ ਤੋਂ ਪਹਿਲਾਂ ਸਾਡੇ ਦੇਖਣ 'ਚ ਆਇਆ। ਇਹ ਪਹਿਲਾਂ ਇਹ 'ਚ ਫਸਲ ਬੀਜੀ ਹੋਈ ਵਾਹੀ ਗਈ, ਉਹ ਵੀ ਉਸ ਤਰਫ ਤੋਂ ਵਾਹੀ ਗਈ ਧੱਕੇ ਨਾਲ। ਅੱਛਾ, ਤੁਸੀਂ ਨਹੀਂ ਕਿਹਾ ਸੀ, ਤੁਸੀਂ ਰੋਕਿਆ ਉਹਨੂੰ ਵੀ ਜਦੋਂ ਤੁਹਾਡੇ ਕੋਲ? ਨਹੀਂ, ਉਦੋਂ ਉਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਵਾਹੋ। ਇਹ ਤਾਂ ਅਜੇ ਇਹ ਸੀ ਵੀ ਅਸੀਂ ਇਹਨੂੰ ਦੇਖਦੇ ਹਾਂ ਵੀ ਕੀ ਇਹਦਾ ਕੀ ਹੈ ਕੀ ਨਾ, ਗੱਲ ਚੱਲ ਰਹੀ ਸੀ। ਇਹ ਉਹਨਾਂ ਨੇ ਬਾਹਰਲੇ ਮੁੰਡਿਆਂ ਦੀ ਮਦਦ ਲੈ ਕੇ ਤਾਂ ਇੱਥੇ ਫਸਲ ਵਾਹੀ। ਉਹ ਉਦੋਂ ਵੀ ਉਹਨਾਂ ਦਾ ਉਹ ਧੱਕਾ ਸੀ। ਫਿਰ ਉਹਨਾਂ ਨੇ
ਇੱਕ ਸਪਰੇਅ ਕੀਤੀ ਜਾਣੀ ਬੀਜੀ ਫਸਲ ਤੇ। ਅੱਛਾ, ਉਹਦੇ 'ਚ ਜਾਣੀ ਇੱਕ ਤਾਂ ਇਹ ਹੁੰਦਾ ਵੀ ਆਪਾਂ ਕਿਸੇ ਤੋਂ ਸੁਣੀਏ ਪੁੱਛੀਏ ਕਰੀਏ ਵੀ ਇਹ ਕੀ ਹੋਇਆ ਜਾਣੀ ਉਦੋਂ ਬਲਜੀਤ ਕੌਰ ਨੇ ਮੌਕੇ ਤੇ ਉੱਥੇ ਇਹ ਬੜੇ ਲੇਰੀ ਨਾਲ ਕਹਿਦੇ ਵੀ ਇਹ ਮੈਂ ਕੀਤੀ ਅਸੀਂ ਰਾਉਂਡ ਅਪ ਕਰਤੀ, ਬਰਬਾਦ ਕਰਤੀ ਫਸਲ। ਹਾਂ ਵੀ ਇਹ ਅਸੀਂ ਕੀਤੀ ਹੈ। ਅਰੋ ਕਈ ਵਾਰੀ ਇਹ ਵੀ ਸੁਣਨ ਚਾਹੁੰਦਾ ਸੀ ਵੀ ਸਾਡੇ ਤੇ ਕੋਈ ਪਰਚਾ ਪੁਰਚਾ ਨਹੀਂ ਹੁੰਦਾ ਵੀ ਜਿਹਨੇ ਜਿਹੜਾ ਕੁਝ ਕਰਨਾ ਹੈ ਕਰ ਲਓ। ਇਸ ਹਾਲਤ 'ਚ ਅਸੀਂ ਤਾਂ ਇਹ ਗੱਲ ਤੋਂ ਚਲੇ ਆਉਂਦੇ ਇਸ ਗੱਲ ਵੀ ਜੇ ਕਿਸੇ ਤਰ੍ਹਾਂ ਮਸਲਾ ਬਹੁਤ ਛੋਟਾ ਹੈ, ਕੋਈ ਵੱਡਾ ਨਹੀਂ ਹੈ। ਅੱਛਾ, ਹੱਲ ਹੋਣ ਦੇ ਵੀ ਇਹ ਕੋਈ ਇਹਦੇ 'ਚ ਜ਼ਿਆਦਾ ਹੀ ਨਹੀਂ, ਇਹ ਹੱਲ ਹੋਣ ਦੇ ਨੇੜੇ ਆ ਜਾਨੀ ਕਿ ਮਾ ਨੇੜੇ ਸੀ। ਅੱਛਾ ਵੀ ਬਾਕੀ ਦਾ ਹੁਣ ਜਿਹੜਾ ਇਹ ਤੋਂ ਅੱਗੇ ਆ ਕੇ ਇਹ ਲੜਾਈ ਦਾ ਹੁਣ ਮੈਂ ਤੈਨੂੰ ਜਿਹੜੀ ਤੀਜੀ ਹੋਈ ਇਹ ਹੋਈ ਆ, ਹੁਣ ਇਹਦਾ ਮੈਂ ਹੁਣ ਮੌਕੇ ਦਾ ਤਾਂ ਕੋਈ ਹੈ ਨਹੀਂ ਵੀ ਮੈਂ ਇਹਨੂੰ ਅਸਲੀ ਧਰ ਤੇ ਦੱਸ ਸਕਾਂ। ਅੱਛਾ, ਜਿਹੜੇ ਪਹਿਲਾਂ ਜਿਹੜਾ ਵਾਅਦਾ ਕਰਨਾ ਜਿਹੜਾ ਪਹਿਲੇ ਸਮੇਂ 'ਚ ਹੋਇਆ ਉਹ ਉਸ ਧਿਰ ਵੱਲੋਂ ਹੋਇਆ, ਜਿਹੜਾ ਮੈਂ ਕਹਿ ਸਕਦਾ ਵੀ ਹਾਂ ਇਹਦੇ 'ਚ ਵੀ ਜੇ ਹੋ ਸਕਦਾ ਵੀ ਵਾਅਦਾ ਉਹਨਾਂ ਨੇ ਕੀਤਾ ਹੋਵੇ ਇਹਦੇ 'ਚ ਜਿਹੜਾ ਆਉਂਦਾ ਵੀ ਸੁਣਨ ਯਾਰ ਪਰਚਾ ਵੀ ਦੂਜੀ ਧਿਰ ਤੇ ਯਾਰ ਬੜੀ ਬੁਰੀ ਨੀਤ ਨਾਲ ਇਹਨੂੰ ਕੌਣ ਬਚਣ ਵਾਲਾ ਕਿਹਨੇ ਇਹ ਬਚਿਆ। ਅੱਛਾ ਦੇਖੋ, ਉਹਨਾਂ ਨੇ ਕੁੜੀ ਦਾ ਨਾਮ ਰੱਖਿਆ ਸੀ, ਉਹ ਕੁੜੀ ਪੜ੍ਹਦੀ ਹੈ, ਉਹ ਇਹ ਦੱਸਦੇ ਇੱਥੇ ਸਾਡੇ ਸੁਣਨ ਵਾਚਣ ਚ ਆਈ ਹੈ ਗੱਲ ਵੀ ਜਦੋਂ ਉਹ ਕੁੜੀ ਦਾ ਉਹਨਾਂ ਨੇ ਰਿਕਾਰਡ ਲੈ ਲਿਆ ਵੀ ਇਹ ਤਾਂ ਪੜ੍ਹਦੀ ਹੈ ਕੁੜੀ, ਇਹਦੀ ਉਸ ਦਿਨ ਦੀ ਹਾਜ਼ਰੀ ਹੈ, ਤਾਂ ਉਹਨਾਂ ਨੇ ਹੋਰ ਕੁੜੀ ਦਾ ਦੂਸਰੀ ਦਾ ਨਾਮ ਬਦਲ ਉਧਰ ਨੂੰ ਢਾਲ ਲਈ ਉਹ ਗੱਲ ਵੀ ਦੂਜੀ ਕੁੜੀ ਆ ਉਹ ਵੀ ਅਣਵਿਆਹੇ ਬੱਚਿਆਂ ਤੇ ਔਰਤਾਂ ਤੇ ਇਹ ਵੀ ਇਹ ਜਿਹੜਾ ਆ ਨਵਾਂ ਚੱਲਿਆ ਇਹ ਗੱਲ ਇਹ ਗਲਤ ਹੋਈ ਹੈ, ਇਹ ਦੁਬਾਰੇ ਬਚਣ ਵਾਲੀ ਗੱਲ ਹੈ। ਅਸੀਂ ਵੀ ਜਿਹੜਾ ਪਰਚੇ ਦਾ ਮਾਮਲਾ ਹੈ ਅਸੀਂ ਵੀ ਪੰਚਾਇਤ ਤਰਫ ਤੋਂ ਅਸੀਂ ਪ੍ਰਸ਼ਾਸਨ ਅੱਗੇ ਇਹ ਦੁਬਾਰੇ ਅਸੀਂ ਬੇਨਤੀ ਕਰਾਂਗੇ ਇਹਨੂੰ ਬਚਿਆ ਜਾਵੇ, ਇਹਨੂੰ ਜ਼ਰੂਰ ਇਹਦੀ ਅਸਲੀਅਤ ਤੇ ਜਾਇਆ ਜਾਵੇ, ਅਸਲੀਅਤ ਦੇ ਮੁਤਾਬਕ ਇਹਦੇ ਤੇ ਅੱਗੇ ਉਹ ਕਰਿਆ ਜਾਵੇ। ਨਹੀਂ, ਜਦੋਂ ਪਰਚੇ ਦਰਜ ਹੋਏ ਸਰਪੰਚ ਸਾਹਿਬ ਚਲੋ ਪੁਲਿਸ ਪ੍ਰਸ਼ਾਸਨ ਲਵੇ ਗੱਲ ਪਹੁੰਚੀ, ਉਹਨਾਂ ਨੇ ਪੰਚਾਇਤ ਦਾ ਪੱਖ ਨਹੀਂ ਸੁਣਿਆ, ਗੱਲਬਾਤ ਨਹੀਂ ਕਰੀ ਪੰਚਾਇਤ ਨਾਲ ਕਿ ਕਿਵੇਂ ਦੀ ਗੱਲਬਾਤ ਹੋਈ ਆ, ਤੇ ਜਿਹੜੇ ਪਰਚੇ ਦਰਜ ਹੋਏ ਨੇ ਫਿਰ ਕਿਹੜੇ ਦਬਾਅ 'ਚ ਹੋ ਗਏ? ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਦਬਾਅ 'ਚ ਹੋ ਗਏ ਵੀ ਇਹ ਕਿਤੇ ਨਾ ਕਿਤੇ ਇਕਾਈ ਦੇ ਆਗੂ ਨੇ, ਕਿਤੇ ਕੱਲ ਨੂੰ ਪ੍ਰਦਰਸ਼ਨ ਨਾ ਕਰ ਦੇਣ? ਪਰਚੇ ਤਾਂ ਇਸ ਤਰ੍ਹਾਂ ਹੋ ਗਏ, ਲੜਾਈ ਹੋ ਗਈ, ਇਹ ਲੜਾਈ ਹੋਈ, ਦੋਨੇ ਤਰ੍ਹਾਂ ਹਸਪਤਾਲ ਪਹੁੰਚ ਗਈਆਂ। ਅੱਛਾ, ਇੱਕ ਨੇ ਤਾਂ ਜਿਹੜੀ ਕੁਲਦੀਪੁਰਾਂ ਨੇ ਤਾਂ ਬਿਆਨ ਦਿੱਤੇ ਵੀ ਸਾਡੇ ਤੇ ਘਰੇ ਆ ਕੇ ਇਹਨਾਂ ਨੇ ਹਮਲਾ ਕੀਤਾ। ਅੱਛਾ, ਉਹ ਦੂਸਰਾ ਨੇ ਹਸਪਤਾਲ ਸੰਗਰੂਰ ਜਾ ਕੇ ਉੱਥੇ ਪਨਾਹ ਲਈ ਸੰਗਰੂਰ ਗਏ, ਉਹਨਾਂ ਨੇ ਤਾਂ ਆਪਣੇ ਕਿਸੇ ਜੇ ਢੰਗ ਨਾਲ ਜਾਂ ਉਹ ਡਾਕਟਰ ਦੱਸਣਗੇ ਜਾਂ ਗਵਾਹ ਦੱਸਣਗੇ ਵੀ ਉਹਨਾਂ ਦੇ ਕੀ ਲੱਗਿਆ ਸੀ ਜਿਹਦੀ 25 ਦਿਖਾਈ ਹੈ। ਜਿਹੜੀ ਇਹਨਾਂ ਦਾ ਇਹ ਦਲੀਲ ਸੀ ਵੀ ਸਾਡੇ ਤੇ ਘਰ ਆ ਕੇ ਹਮਲਾ ਕੀਤਾ, ਇਹ ਜਿੰਨਾ ਕੁ ਸਾਡੇ ਸੁਣਨ 'ਚ ਆਉਂਦਾ ਇਹ ਉੱਥੇ ਆਉਂਦਾ ਵੀ ਜਿਹੜੇ ਗਵਾਹ ਨੇ ਉਹ ਇਹ ਗੱਲ ਕਹਿੰਦੇ ਨੇ, ਉਹਨਾਂ ਨੇ ਉੱਥੇ ਗਵਾਹੀ ਦਿੱਤੀ ਉਹਨਾਂ ਦੇ ਸਾਹਮਣੇ ਵੀ ਲੜਾਈ ਤਾਂ ਹੋਈ ਹੈ ਜੀ ਪਰ ਘਰੇ ਨਹੀਂ ਹੋਈ, ਵੀ ਬਾਹਰ ਹੋਈ ਹੈ। ਉਹਨਾਂ ਨੇ ਉਹਨਾਂ ਦੀ ਇਹ 400 ਜਿਹੜੀ ਘਰੇ ਆ ਕੇ ਹਮਲਾ ਕਰਨ ਦੀ ਨਹੀਂ ਦਲੀਲ ਸੁਣੀ ਬਾਚੀ, ਉਹਨਾਂ ਦਾ ਜਾਣੀ ਉਹ ਵੀ ਕੋਈ ਅਸਲ ਇਹ ਲੜਾਈ ਇਸ ਤਰ੍ਹਾਂ ਦੀ ਵੀ ਸੱਬੀ ਵਾਲਾ ਕੋਈ ਕਿਸੇ ਦੇ ਕੋਈ ਟੱਕ ਉਹ ਲੱਗਿਆ ਹੋਵੇ, ਇਹ ਬਚਾਓ 'ਚ ਹੀ ਲੜਾਈ ਕੀਤੀ ਗਈ ਸੀ ਜੋ ਵੀ ਕੁਛ ਹੋਇਆ। ਹਾਂ, ਇਹ ਅੱਗੇ ਜਾ ਕੇ ਹੁਣ ਜਿਹੜਾ ਇੱਕ ਰੂਪ ਬਣ ਗਿਆ, ਇੱਕ ਧਿਰ ਦੇ ਤਾਂ ਬੱਚਿਆਂ ਤੇ ਵੀ ਇਹ ਸੱਬੀ ਲੱਗੀ, ਜਿਨ੍ਹਾਂ ਨੂੰ ਅਗਲਾ ਦੇਖਦੇ ਹਾਂ ਅਸੀਂ ਵੀ ਉਹ ਇਹ ਨਹੀਂ ਪਤਾ ਵੀ ਮਹੀਨਾ ਜੇਲ੍ਹ 'ਚ ਬੈਠੇ ਰਹਿਣ ਜਾਂ 2 ਬੈਠੇ ਰਹਿਣ ਬਿਨਾਂ ਜ਼ਮਾਨਤ ਤੋਂ, ਜਿਹਦੀ ਜ਼ਮਾਨਤ ਨਹੀਂ ਹੁੰਦੀ ਉਹਨੂੰ ਸਜ਼ਾ ਵੀ ਕਰਦਾ, ਅੱਗੇ ਕੋਰਟ ਸਜ਼ਾ ਵੀ ਕਰ ਦਿੰਦੀ ਹੈ, ਵੀ ਇਹ ਬਿਨਾਂ ਗੱਲ ਤੋਂ ਹੋ ਰਿਹਾ। ਜਾਨੀ ਕਿ ਜਦ ਕਿ ਸਾਰਾ ਪਿੰਡ ਪੂਰੀ ਪੰਚਾਇਤ ਉਹਨਾਂ ਦੇ ਨਾਲ ਆ ਜੀ? ਨਹੀਂ, ਹਾਂ ਇਸ ਗੱਲ ਤੇ ਨਾਲ ਹੈ, ਇਸ ਗੱਲ ਤੇ ਨਾਲ ਹੈ, ਗਲਤ ਹੋਏ ਪਰਚੇ ਨਹੀਂ ਹੋਣੇ ਚਾਹੀਦੇ ਸੀ। ਜਾਨੀ ਕਿ ਪਹਿਲਾਂ ਤਾਂ ਪੰਚਾਇਤ ਵੀ ਮਸਲਾ ਹੱਲ ਕਰਵਾ ਸਕਦੀ ਸੀ, ਇਹ ਹੋ ਸਕਦਾ ਸੀ। ਹਾਂ ਜੀ, ਸਾਡੀ ਚੱਲਦੀ ਵੀ ਸੀ ਗੱਲ, ਇਹਦੇ ਤੇ 1-2 ਵਾਰੀ ਅਸੀਂ ਇਕੱਠੇ ਵੀ ਹੋਏ ਬਾਚੇ ਵੀ ਹਾਂ, ਚਲੋ ਕਈ ਵਾਰੀ ਨਹੀਂ ਪੂਰ ਚੜਿਆ ਅੱਗੇ ਹੋ ਜਾਂਦਾ ਦੁਬਾਰੇ ਹੋ ਜਾਂਦਾ। ਬਿਲਕੁਲ। ਇਸੇ ਸਰਪੰਚ ਸਾਹਿਬ ਅੱਜ ਹੀ ਇਕੱਠ ਕਰਿਆ ਤੁਸੀਂ ਵੱਡਾ, ਹੁਣ ਕੀ ਤੁਸੀਂ ਫੈਸਲਾ ਕੀ ਲਿਆ? ਸਾਰੇ ਪਿੰਡ ਨੇ ਵਿੱਚ ਪੰਚਾਇਤ ਆ ਸਾਰੀ ਜੀ, ਫੈਸਲਾ ਤਾਂ ਸਾਡਾ ਤਾਂ ਦੇਖੋ ਅਜੇ ਇਹ ਕਮੇਟੀ ਤਾਂ ਬਚ ਰਹੀ ਹੈ, ਜਿਹੜੀ ਸਾਡੇ ਅੱਜ ਦੇ ਇਕੱਠ ਦੀ ਕਮੇਟੀ ਬਣਦੀ ਹੈ ਉਹ ਇਹਦੇ ਫੈਸਲਾ ਵੀ ਅੱਗੇ ਕੀ ਬਣਦਾ ਕੀ ਹੋਣਾ ਚਾਹੀਦਾ। ਯਾਨੀ ਸਾਡਾ ਇੱਕ ਪੰਚਾਇਤ ਦਾ ਜਿਹਾ ਜਿਹਾ ਅਸੀਂ ਮੌਕੇ ਤੇ ਇਕੱਠੇ ਉੱਥੇ ਇਹ ਬਚਣਾ ਜ਼ਰੂਰ ਹੈ ਵੀ ਇਹਦੀ ਅਸਲੀਅਤ ਪ੍ਰਸ਼ਾਸਨ ਅੱਗੇ ਪੰਚਾਇਤ ਤਰਫ ਤੋਂ ਲਿਆਉਣੀ ਵੀ ਇਹ ਸਾਨੂੰ ਜ਼ਰੂਰ ਚਾਹੀਦਾ, ਅਸੀਂ ਜ਼ਰੂਰ ਕਰਾਂਗੇ। ਠੀਕ ਹੈ, ਜਾਨੀ ਕਿ ਪੁਲਿਸ ਪ੍ਰਸ਼ਾਸਨ ਨੂੰ ਮਿਲੋਗੇ ਵੀ ਇਹਦੀ ਇਨਕੁਆਇਰੀ ਹੋਵੇ ਜੀ, ਗੱਲਬਾਤ ਹੋਵੇ ਪੰਚਾਇਤ। ਹਾਂ, ਇਹਨੂੰ ਜ਼ਰੂਰ ਦੁਬਾਰੇ ਬਚਿਆ ਜਾਣਾ ਚਾਹੀਦਾ। ਠੀਕ ਹੈ, ਹਾਂ, ਜੋ ਦੋਸ਼ੀ ਤੇ ਉਹਦੇ ਤੇ ਕਾਰਵਾਈ ਹੋਵੇ। ਠੀਕ ਹੈ, ਹਾਂ, ਬਿਨਾਂ ਜੇ ਕੋਈ ਬਿਨਾਂ ਦੋਸ਼ ਤੋਂ ਵੀ ਕੋਈ ਇਸ ਤਰ੍ਹਾਂ ਦੀ ਜਲੀਲਤਾ ਗੱਲ ਪੈਂਦੀ ਹੈ ਬੰਦੇ ਦੇ, ਤਾਂ ਫਿਰ ਉਹਦਾ ਕੀ ਇਨਸਾਫ 'ਚ ਯਕੀਨ ਰਹਿ ਗਿਆ? ਕੀ ਅਸੀਂ ਲੋਕ ਪਿੰਡ ਦੇ ਲੋਕ ਜਾਂ ਇਲਾਕੇ ਦੇ ਲੋਕ ਕੀ ਅਸੀਂ ਸੋਚਾਂਗੇ? ਠੀਕ ਹੈ ਜੀ, ਠੀਕ ਹੈ ਬਿਲਕੁਲ। ਸੋ ਪਿੰਡ ਬਾਲਦ ਕਲਾਂ ਦੀ ਪੰਚਾਇਤ, ਪਿੰਡ ਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ ਦੂਜੇ ਗਰੁੱਪ ਨੇ ਜਿਹੜੇ ਡਕਾਉਂਦਾ ਹੋ ਗਿਆ
ਸਿੱਧੂਪੁਰ ਹੋ ਗਿਆ, ਰਾਜੇਵਾਲ ਹੋ ਗਿਆ, ਕਿ ਧੱਕਾਸ਼ਾਹੀ ਕਰ ਰਹੇ ਨੇ, ਕਿਉਂਕਿ ਜਿਹੜੇ ਪਰਿਵਾਰ ਧੱਕਾਸ਼ਾਹੀ ਕਰ ਰਹੇ ਨੇ ਉਹ ਪਰਿਵਾਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਸਤਰੀ ਵਿੰਗ ਦੀ ਪ੍ਰਧਾਨ ਆ। ਸੋ ਸ਼ਰੇਆਮ ਧੱਕੇਸ਼ਾਹੀ ਹੋਈ ਆ ਕਿ ਪਰਚੇ ਦਰਜ ਹੋਏ ਨੇ, ਝੂਠੇ ਹੋਏ ਨੇ। ਅਸੀਂ ਦੁਬਾਰਾ ਇਨਕੁਆਇਰੀ ਕਰਵਾਵਾਂਗੇ। ਇਹ ਗੱਲ ਅੱਜ ਸਾਹਮਣੇ ਆਈ ਆ। ਪੂਰੀ ਪੰਚਾਇਤ ਨੇ, ਪੂਰੇ ਪਿੰਡ ਵਾਸੀਆਂ ਨੇ ਇਹ ਗੱਲ ਆਖੀ ਆ ਕਿ ਅਸੀਂ ਕਮੇਟੀ ਬਣਾਈ ਆ। ਉਹ ਕਮੇਟੀ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਕਰੂ ਕਿ ਦੁਬਾਰਾ ਇਨਕੁਆਇਰੀ ਹੋਵੇ ਇਹ ਮਸਲੇ ਦੀ, ਕਿਉਂਕਿ ਜੋ ਵੀ ਹੋਇਆ ਉਹ ਗਲਤ ਹੋਇਆ। ਪਿੰਡ ਬਾਲਦ ਕਲਾਂ ਵਿਖੇ ਮੌਜੂਦ ਹਾਂ, ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਜੋ ਨਿੱਜੀ ਕਿਸੇ ਦਾ ਨਿੱਜੀ ਮਸਲਾ ਉਗਰਾਹਾਂ ਗਰੁੱਪ ਉਹਦੇ ਵਿੱਚ ਦਖਲ ਅੰਦਾਜ਼ੀ ਦਿੰਦਾ। ਕਿਉਂਕਿ ਤੁਸੀਂ ਪਹਿਲਾਂ ਸਾਰੀ ਗੱਲਬਾਤ ਸੁਣੀਆਂ ਕਿ ਪਿੰਡ ਵਾਸੀ ਇਕੱਠੇ ਹੋਏ, ਪੰਚਾਇਤ ਇਕੱਠੀ ਹੋਈ, ਭਾਰਤੀ ਕਿਸਾਨ ਯੂਨੀਅਨ ਡਕਾਉਂਦਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਇਕੱਠੇ ਹੋਏ ਕਿ ਇੱਕ ਪਰਿਵਾਰ ਦਾ ਮਸਲਾ, ਉਹ ਪਰਿਵਾਰ ਦੇ ਮਸਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਧੱਕਾ ਕਰਵਾਇਆ, ਕਿਤੇ ਨਾ ਕਿਤੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੋ ਵੀ ਇਕਾਈ ਕਮੇਟੀ ਬਣੀ ਹੋਈ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ। ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਾਲਦ ਕਲਾਂ ਦੀ ਇਕਾਈ ਕਮੇਟੀ ਮੌਜੂਦ ਆ ਸਾਡੇ ਨਾਲ। ਇਕਾਈ ਪ੍ਰਧਾਨ ਰਣਜੀਤ ਸਿੰਘ ਬਾਲਦ ਮੌਜੂਦ ਨੇ। ਰਣਜੀਤ ਜੀ, ਤੁਹਾਡੇ ਤੇ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਇੱਕ ਨਿੱਜੀ ਮਸਲਾ ਜੀ ਪਰਿਵਾਰ ਦਾ, ਉਹ ਮਸਲੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਖਲ ਅੰਦਾਜ਼ੀ ਕਰ ਰਹੀ ਆ, ਕਬਜ਼ਾ ਦਿਵਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਮਸਲਾ ਕੀ ਆ? ਪਹਿਲਾਂ ਤਾਂ ਮਸਲਾ ਕੀ ਲੱਗਦਾ ਤੁਹਾਨੂੰ? ਇਹ ਮਸਲਾ ਜੀ ਸਾਡੇ ਪਿੰਡ ਦੀ ਇਕਾਈ ਹੈ, ਜਿਹੜੀ ਲੇਡੀਜ਼ ਇਕਾਈ ਹੈਗੀ ਇਸਤਰੀ ਵਿੰਗ ਦੀ, ਉਹਦੀ ਪ੍ਰਧਾਨ ਹੈ ਬਲਜੀਤ ਕੌਰ। ਉਹਦਾ ਮਸਲਾ ਜੀ, ਉਹਦੀ ਜ਼ਮੀਨ ਦੇ ਕੋਈ ਰੌਲਾ ਹੈ, ਉਹਦਾ ਮਸਲਾ ਹੈਗਾ। ਉਹਦੇ ਵਿੱਚ ਸਾਡਾ ਕੋਈ ਕਬਜ਼ਾ ਕਰਾਉਣ ਦਾ ਕੋਈ ਉਹ ਨਹੀਂ ਹੈਗਾ। ਉਹਨਾਂ ਦੀ ਆਪਦੀ ਘਰੇਲੂ ਲੜਾਈ ਹੈ, ਉਹ ਆਪਦੇ ਤੌਰ ਤੇ ਲੜ ਰਹੇ ਨੇ। ਸਾਡਾ ਉਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਜੀ। ਕਿਹਾ ਜਾ ਰਿਹਾ ਵੀ ਘਰੇਲੂ ਤਾਂ ਲੜਾਈ ਆ, ਪਰ ਜਿਹੜੀ ਉਗਰਾਹਾਂ ਦੀ ਇਕਾਈ ਟੀਮ ਆ, ਜਾਣੀ ਕਿ ਤੁਸੀਂ ਪ੍ਰਧਾਨ ਹੋ ਜੀ, ਹੋਰ ਵੀ ਜਿਹੜੀ ਤੁਹਾਡੀ ਟੀਮ ਆ, ਵੀ ਉਹਨਾਂ ਨੇ ਉੱਥੇ ਕਬਜ਼ਾ ਕਰਵਾਉਣ ਦੀ ਵੀ ਕੋਸ਼ਿਸ਼ ਕਰੀ, ਉਹ ਨਾਲ ਗਏ ਜੀ, ਉੱਥੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਆ? ਨਾ ਜੀ, ਇਹ ਸਰਾਸਰ ਝੂਠ ਹੈਗਾ। ਜਿਸ ਦਿਨ ਇਹਨਾਂ ਦੀ ਲੜਾਈ ਹੋਈ ਆ, ਸਾਡਾ ਸੰਗਰੂਰ ਧਰਨਾ ਸੀਗਾ, ਉਗਰਾਹਾਂ ਸਾਹਿਬ ਆਏ ਹੋਏ ਸੀਗੇ, ਅਸੀਂ ਸੰਗਰੂਰ ਧਰਨੇ ਦੇ ਵਿੱਚ ਸੀ। ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਸਾਨੂੰ ਤਾਂ ਪਤਾ ਵੀ ਨਹੀਂ ਵੀ ਲੜਾਈ ਹੋਈ ਹੈਗੀ ਉਸ ਦਿਨ। ਸ਼ਾਮ ਨੂੰ ਪਤਾ ਲੱਗਿਆ ਜੀ ਸਾਨੂੰ ਵੀ ਇਹ ਲੜਾਈ ਹੋਈ ਹੈ। ਉਦੋਂ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਸੀਗਾ। ਠੀਕ ਹੈ ਨਾ, ਉਗਰਾਹਾਂ ਗਰੁੱਪ ਦਾ ਕੋਈ ਬੰਦਾ ਨਹੀਂ ਸੀ ਉੱਥੇ। ਚਲੋ ਇਹ ਤਾਂ ਪਰਿਵਾਰ ਸੀ, ਇਹ ਤਾਂ ਚਲੋ ਇਸਤਰੀ ਵਿੰਗ ਦੇ ਪ੍ਰਧਾਨ ਨੇ ਬਲਜੀਤ ਕੌਰ, ਇਹਨਾਂ ਦਾ ਪਰਿਵਾਰ ਸੀ। ਹੋਰ ਕੋਈ ਉਗਰਾਹਾਂ ਗਰੁੱਪ ਦਾ ਹੈ ਨਹੀਂ ਸੀ ਬੰਦਾ? ਹੋਰ ਸਾਡੀ ਕਮੇਟੀ ਦਾ ਜੇ ਕੋਈ ਬੰਦਾ ਹੋਇਆ ਤਾਂ ਮੈਂ ਦੇਣਦਾਰ ਹਾਂ ਜੀ। ਕੋਈ ਬੰਦਾ ਨਹੀਂ, ਸਾਡੀ ਕਮੇਟੀ ਦਾ ਕੋਈ ਬੰਦਾ ਨਹੀਂ ਸੀਗਾ। ਜਿਹੜਾ ਉਹਨਾਂ ਦਾ ਪਰਿਵਾਰ ਸੀਗਾ ਉਹੀ ਸੀਗਾ, ਹੋਰ ਕੋਈ ਬੰਦਾ ਨਹੀਂ ਸੀ। ਪਰ ਰਣਜੀਤ ਜੀ, ਸਾਰਾ ਪਿੰਡ ਇੱਕ ਪਾਸੇ, ਪਿੰਡ ਦੀ ਪੰਚਾਇਤ ਅੱਜ ਇਕੱਠਾ ਕਰਿਆ ਜੀ ਉਹਨਾਂ ਨੇ, 100 ਬੰਦਾ 200 ਬੰਦਾ ਇਕੱਠਾ ਹੋਇਆ ਉੱਥੇ। ਉਹਨਾਂ ਨੇ ਕਿਹਾ ਵੀ ਇਹ ਤਾਂ ਸਰਾਸਰ ਧੱਕਾ ਹੋ ਰਿਹਾ ਜੀ ਇਹ ਪਰਿਵਾਰ ਨਾਲ, ਜਿਹੜਾ ਕੁਲਦੀਪ ਸਿੰਘ ਦਾ ਪਰਿਵਾਰ ਆ, ਵੀ ਬਲਜੀਤ ਕੌਰ ਧੱਕਾਸ਼ਾਹੀ ਕਰ ਰਹੀ ਆ। ਕਿਵੇਂ ਦੇਖਦੇ ਹੋ, ਧੱਕਾਸ਼ਾਹੀ ਹੋ ਰਹੀ ਹੈ ਜਾਂ ਕੀ ਹੋ ਰਿਹਾ ਹੈ? ਨਹੀਂ, ਧੱਕਾਸ਼ਾਹੀ ਇਹ ਕੋਈ ਨਹੀਂ, ਉਹ ਆਪਦਾ ਹੱਕ ਮੰਗ ਰਹੀ ਹੈ ਜੀ। ਉਹ ਆਪਦਾ ਹੱਕ ਮੰਗ ਰਹੀ ਹੈ। ਪਹਿਲਾਂ ਇਹਨਾਂ ਦਾ ਜ਼ਮੀਨ ਦਾ ਚੱਲ ਰਿਹਾ ਸੀਗਾ। ਇਹ ਬਲਜੀਤ ਕੌਰ ਦੀ ਜ਼ਮੀਨ ਜਿਹੜੀ ਹੈਗੀ ਬਿੱਗਾ 1.5 ਬਿੱਗਾ ਜੋ ਵੀ ਹੈ, ਇਹਨਾਂ ਦੇ ਕੁਲਦੀਪ ਕਿਆਂ ਦੇ ਠੇਕੇ ਤੇ ਹੁੰਦੀ ਸੀਗੀ। ਉਹ ਹੁਣ ਠੇਕੇ ਤੋਂ ਆਪਦਾ ਕਬਜ਼ਾ ਕਰ ਲਿਆ ਜੀ ਉਹਨਾਂ ਨੇ। ਉਹ ਆਪਦਾ ਹਿੱਸਾ ਮੰਗ ਰਹੀ ਸੀ ਕਿ ਇਹਨਾਂ ਦੀ ਲੜਾਈ ਹੋ ਗਈ। ਹੋਰ ਤਾਂ ਇਸ ਤੋਂ ਉੱਪਰ ਕੋਈ ਗੱਲ ਨਹੀਂ। ਉਹ ਤਾਂ ਕਹਿੰਦੇ ਨੇ ਵੀ 20-25 ਸਾਲ ਦਾ ਮਸਲਾ ਜੀ, ਇਹ 20-25 ਸਾਲ ਦੀ ਕਦੇ ਗੱਲ ਨਹੀਂ ਕਰੀ, ਕਿਉਂਕਿ ਵੀ ਹੁਣ ਕਿਤੇ ਨਾ ਕਿਤੇ ਮੰਗ ਰਹੇ ਨੇ ਵੀ ਇੱਥੇ ਜ਼ਮੀਨ ਦਿਓ ਜੀ, ਜਦ ਕਿ ਬਣਦੀ ਨਹੀਂ। ਜਿਹੜਾ ਮਸਲਾ ਉਹ ਮਹਿੰਗੀ ਸਸਤੀ ਜ਼ਮੀਨ ਦਾ ਵੀ ਹੋ ਸਕਦਾ, ਇਹ ਵੀ ਗੱਲ ਕਹੀ ਜਾ ਰਹੀ ਹੈ। ਨਹੀਂ, ਜ਼ਮੀਨ ਤਾਂ ਇਹਨਾਂ ਦੀ ਇੱਥੇ ਬਣਦੀ ਹੈ ਜੀ। ਉਹ ਤਾਂ ਫਰਦ ਦੇ ਵਿੱਚ ਸਾਰਾ ਕੁਛ ਹੈ, ਕਾਗਜ਼ੀ ਕਾਰਵਾਈ ਦਿਖਾਈ ਹੈ। 3 ਵਾਰ ਸਮਝੌਤਾ ਹੋ ਚੁੱਕਿਆ ਜੀ ਇਹਨਾਂ ਦਾ, ਬੈਠ ਕੇ ਪਿੰਡ ਪੱਧਰ ਤੇ ਵੀ ਹੋ ਗਿਆ ਜੀ, ਥਾਣੇ ਵਿੱਚ ਵੀ ਹੋ ਗਿਆ ਇਹਨਾਂ ਦਾ ਸਮਝੌਤਾ। ਜਥੇਬੰਦੀ ਨੇ ਵੀ ਸਮਝੌਤਾ ਕਰਾ ਕੇ ਜ਼ੋਰ ਲਾ ਲਿਆ, ਪਰ ਇਹ ਮੁੱਕਰ ਜਾਂਦੇ ਨੇ ਫਿਰ ਕੁਲਦੀਪ ਕੇ। ਠੀਕ ਹੈ, 2-3 ਵਾਰ ਗੱਲਬਾਤ ਚੱਲੀ ਹੈ ਜੀ, ਸਾਰਾ ਕੁਝ ਹੋ ਜਾਂਦਾ, ਫਿਰ ਮੁੱਕਰ ਜਾਂਦੇ ਨੇ। ਜਾਣੀ ਕਿ ਕੁੱਲ ਮਿਲਾ ਕੇ ਜਥੇਬੰਦੀ ਦੀ ਵੀ ਦਖਲਅੰਦਾਜ਼ੀ ਹੈ ਨਹੀਂ ਇਹ ਪਰਿਵਾਰ ਵਾਲੇ? ਜਥੇਬੰਦੀ ਨੇ ਤਾਂ ਸਮਝੌਤਾ ਕਰਾਉਣ ਤੇ ਪੂਰਾ ਜ਼ੋਰ ਲਾ ਰੱਖਿਆ ਸੀ, ਪਰ ਉਹਨਾਂ ਨੇ ਗੱਲ ਸਿਰੇ ਨਹੀਂ ਚੜੀ। ਵਿੱਚ 1-2 ਬੰਦੇ ਗਲਤ ਪੈ ਜਾਂਦੇ, ਗੱਲ ਸਿਰੇ ਨਹੀਂ ਚੜੀ। ਇੱਕ ਵਾਰੀ ਸਾਨੂੰ ਹਾਂ ਕਰਕੇ ਵੀ ਹਾਂ ਭਾਈ ਠੀਕ ਹੈ ਫੈਸਲਾ ਹੋ ਗਿਆ, ਉਸ ਤੋਂ ਬਾਅਦ ਸਵੇਰੇ ਨੇ ਸਾਨੂੰ ਜਵਾਬ ਦਿੱਤਾ, ਕਹਿੰਦੇ ਨਹੀਂ ਸਾਨੂੰ ਫੈਸਲਾ ਮਨਜ਼ੂਰ ਨਹੀਂ ਹੈਗਾ। ਹਾਂਜੀ। ਅੱਛਾ, ਉਹਦੇ ਕਰਕੇ ਜਾਨੀ ਕਿ ਉਸ ਤੋਂ ਬਾਅਦ ਤੁਸੀਂ ਕੋਈ ਇੰਟਰਫੇਅਰ ਨਹੀਂ ਕੀਤਾ? ਨਹੀਂ ਜੀ, ਜਦੋਂ ਦੀ ਇਹਨਾਂ ਦੀ ਲੜਾਈ ਹੋਈ ਹੈ ਜਾਂ ਕੁਝ ਵੀ ਹੈ, ਉਸ ਤੋਂ ਬਾਅਦ ਅਸੀਂ ਫੈਸਲੇ ਤੇ ਵੀ ਨਹੀਂ ਹਟਾਂਗੇ ਵੀ ਜਿਹੜਾ ਕੁਛ ਹੁੰਦਾ ਇਹਨਾਂ ਦਾ ਹੋਣ ਤੋਂ। ਅਸੀਂ ਬਾਹਰ ਹੋ ਗਏ। ਸਾਡੀ ਜਥੇਬੰਦੀ ਦਾ ਕੋਈ ਵੀ ਮੈਂਬਰ ਇਹਨਾਂ ਦੇ ਵਿੱਚ ਨਹੀਂ ਆਇਆ ਜੀ ਲੜਾਈ ਦੀ। ਠੀਕ ਹੈ ਬਾਈ ਜੀ, ਕਿਵੇਂ ਦੇਖਦੇ ਹੋ ਮਸਲੇ ਨੂੰ? ਤੁਸੀਂ ਵੀ ਇਹ ਮਸਲੇ ਦੇ ਵਿੱਚ ਸੀ, ਕੀ ਲੱਗਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਇਲਜ਼ਾਮ ਲੱਗ ਰਹੇ ਨੇ ਜਿਹੜੀ ਇਕਾਈ ਕਮੇਟੀ ਆ ਵੀ ਉਹਨੇ ਦਖਲਅੰਦਾਜ਼ੀ ਕਰੀ ਜੀ, ਉਹਨਾਂ ਨੇ ਕਿਤੇ ਨਾ ਕਿਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ? ਕਿਵੇਂ ਦੇਖਦੇ ਨੇ? ਇਹ ਜਿਹੜੇ ਦੋਸ਼ ਲੱਗ ਰਹੇ ਨੇ ਉਗਰਾਹਾਂ ਜਥੇਬੰਦੀ ਪਿੰਡ ਇਕਾਈ ਬਾਲਦ ਕਲਾਂ ਦੀ ਤੇ ਜੀ, ਇਹ ਬਿਲਕੁਲ ਬੇਬੁਨਿਆਦ ਨੇ। ਨਾ ਸਾਡੀ ਇਕਾਈ ਦਾ ਮੈਂਬਰ ਕੋਈ ਕਬਜ਼ਾ ਕਰਾਉਣ ਗਿਆ, ਨਾ ਉੱਥੇ ਅਸੀਂ ਲੜਾਈ ਦੇ ਵਿੱਚ ਗਿਆ। ਉਸ ਦਿਨ ਸਾਡੀ ਸੰਗਰੂਰ ਜਿਹੜੀ ਰੈਲੀ ਸੀਗੀ, ਉੱਥੇ ਅਸੀਂ ਸਾਰੀ ਟੀਮ ਪਹੁੰਚੀ ਹੋਈ ਸੀ। ਇਹ ਜਿਹੜਾ ਬੇਬੁਨਿਆਦ ਲੱਗ ਰਹੇ ਨੇ ਸਾਡੇ ਤੇ, ਇਹ ਸਾਰੇ ਝੂਠੇ ਨੇ ਜੀ। ਠੀਕ ਹੈ, ਵੈਸੇ ਮਸਲਾ ਕੀ ਆ? ਬਲਜੀਤ ਕੌਰ ਤੇ ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਜ਼ਮੀਨ ਤੇ ਉਹਨਾਂ ਦੀ ਫਸਲ ਤੇ ਰਾਉਂਡ ਅਪ ਦੀ ਸਪਰੇਅ ਕਰਤੀ ਜੀ। ਇੱਕ ਵਾਰ ਜ਼ਮੀਨ ਬਾਤੀ ਜੀ, ਉਹਨਾਂ ਦੀ ਫਸਲ ਬਾਤੀ ਵੀ। ਐਂ ਧੱਕੇਸ਼ਾਹੀ ਬਲਜੀਤ ਕੌਰ ਕਰ ਰਹੀ ਹੈ, ਧੱਕੇਸ਼ਾਹੀ, ਕਿਉਂਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ 'ਚ ਆ, ਵੀ ਉਹਦੀ ਧੌਂਸ 'ਚ, ਉਗਰਾਹਾਂ ਗਰੁੱਪ ਦੀ ਧੌਂਸ 'ਚ ਇਹ ਧੱਕੇਸ਼ਾਹੀ ਹੋ ਰਹੀ ਹੈ। ਜਿਹੜਾ ਇਹ ਉਗਰਾਹਾਂ ਗਰੁੱਪ ਆ, ਹਮੇਸ਼ਾ ਇੱਕ ਪੱਖ ਨਹੀਂ ਲੈਂਦਾ। ਇਹ ਦੋਨਾਂ ਪੱਖਾਂ ਦੀ ਸੁਣ ਕੇ ਆ ਜਿਹੜਾ ਉਹ ਫੈਸਲਾ ਕਰਦਾ। ਇਹ ਜੇ ਕੁਲਦੀਪ ਸਿੰਘ ਦਾ ਪਰਿਵਾਰ ਸੀਗਾ, ਇਹ 20-25 ਸਾਲ ਤੋਂ
ਕਬਜ਼ਾ ਕਰੀ ਬੈਠਾ ਸੀ ਬਲਜੀਤ ਕੌਰ ਦੀ ਜ਼ਮੀਨ ਤੇ, ਕਿਉਂਕਿ ਦੋਨੇ ਭੈਣ ਭਾਈਆਂ ਦਾ ਹੱਕ ਹੈ ਜੋ ਬਰਾਬਰ ਹੁੰਦਾ ਹੈ। ਭੈਣ ਦਾ ਹੱਕ ਸੀ ਜੋ ਬਲਜੀਤ ਕੌਰ ਨੂੰ ਮਿਲਿਆ, ਜੋ ਸੁੱਖੂ ਦਾ ਸੀਗਾ ਉਹ ਕੁਲਦੀਪ ਸਿੰਘ ਨੂੰ ਮਿਲਿਆ। ਕੋਈ ਨਜਾਇਜ਼ ਕੰਮ ਸੀ, ਉਹਨੇ ਆਪਦੀ ਫਸਲ ਤੇ ਜਦ ਇਹਨਾਂ ਨਜਾਇਜ਼ ਕਬਜ਼ਾ ਕਰਿਆ ਤਾਂ ਉਹਨੇ ਆਪਦੀ ਫਸਲ ਤੇ ਰਾਉਂਡ ਅਪ ਮਾਰੀ ਹੈ। ਉਹ ਉਹਨਾਂ ਦੀ ਫਸਲ ਤੇ ਕੋਈ ਰਾਉਂਡ ਅਪ ਨਹੀਂ ਮਾਰੀ। ਨਾ ਜਾਣੀ ਕਿ ਬੀਜੀ ਤਾਂ ਉਹਨਾਂ ਦੀ ਹੋਈ ਸੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ। ਨਹੀਂ, ਬੀਜੀ ਬਲਜੀਤ ਕੌਰ ਨੇ ਹੋਈ ਸੀ ਜੀ। ਉਹ ਬਾਗੇ ਸੀ, ਫਿਰ ਇਹਨਾਂ ਨੇ ਬੀਜਤੀ 3-4 ਵਾਰੀ ਉਹਨਾਂ ਨੇ ਬਾਹੀ, 3-4 ਵੀ ਇਹਨਾਂ ਨੇ ਬਾਹੀ। ਤੇ ਇਹਨਾਂ ਦੀ ਜੋ ਲੜਾਈ ਵੀ ਹੋਈ ਹੈਗੀ ਉਹ ਵੀ ਸੜਕ ਤੇ ਹੋਈ ਹੈਗੀ। ਤੇ ਉਹ ਜੋ ਪ੍ਰਸ਼ਾਸਨ ਨੇ ਕਾਰਵਾਈ ਕਰੀ ਹੈਗੀ ਉਹ ਪੂਰੀ ਜਾਂਚ ਕਰਕੇ ਇਨਕੁਆਰੀ ਲਾ ਕੇ ਜਿਹੜੀ ਜਾਂਚ ਕਰੀ ਉਹ ਜਾਂਚ ਕੀਤੀ ਹੈਗੀ। ਉਸੇ ਦੇ ਆਧਾਰ ਤੇ ਉਹਨਾਂ ਦੀ 52 ਟੁੱਟੀ ਹੈ ਤੇ ਇਹਨਾਂ ਤੇ 326 ਦਾ ਜਿਹੜਾ ਪਰਚਾ ਦਰਜ ਹੋਇਆ। ਠੀਕ ਹੈ, ਜਾਣੀ ਕਿ ਕਾਫੀ ਟਾਈਮ ਦੀ ਇਹ ਕਸ਼ਮਕਸ਼ ਚੱਲ ਰਹੀ ਸੀ, ਕਾਫੀ ਟਾਈਮ ਦੀ ਲੜਾਈ ਚੱਲ ਰਹੀ ਸੀ। ਇਹ ਤਕਰੀਬਨ 1.5 ਸਾਲ ਤੋਂ ਹੈ ਜਿਹੜੀ ਲੜਾਈ ਚੱਲ ਰਹੀ ਆ। ਪਹਿਲਾਂ ਪਿੰਡ ਦੀ ਨਗਰ ਪੰਚਾਇਤ ਨੇ ਉਹ ਸਮਝੌਤਾ ਕਰਾਇਆ ਜੀ ਇਹਨਾਂ ਦਾ। ਉਸ ਤੋਂ ਬਾਅਦ ਉਗਰਾਹਾਂ ਜਥੇਬੰਦੀ ਨੇ ਸਮਝੌਤਾ ਕਰਾਇਆ। ਉਸ ਤੋਂ ਬਾਅਦ ਭਵਾਨੀਗੜ੍ਹ ਦੇ SHO ਸਾਹਿਬ ਨੇ ਸਮਝੌਤਾ ਕਰਾਇਆ, ਉੱਥੇ ਵੀ ਜਥੇਬੰਦੀ ਮੌਜੂਦ ਸੀ। ਪਰ ਇਹ ਪਰਿਵਾਰ 3 ਵਾਰੀ ਜੋ ਕੁਲਦੀਪ ਸਿੰਘ ਦਾ ਮੁੱਕਰਦਾ ਰਿਹਾ, ਕਿਉਂ ਲੇਡੀ ਜੇ ਵਿਧਵਾ ਔਰਤ ਆ ਗਈ, ਇਹਦੇ ਨਾਲ ਸਰਾਸਰ ਇਹ ਧੱਕਾ ਕਰ ਰਹੇ ਨੇ ਜੋ ਕੁਲਦੀਪ ਸਿੰਘ ਦਾ ਪਰਿਵਾਰ ਹੈ। ਪਰ ਉਹ ਜਥੇਬੰਦੀ ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦੀ। ਜੋ ਸਹੀ ਆ ਉਹ ਸਹੀ ਪੱਖ ਲੈ ਕੇ ਉਗਰਾਹਾਂ ਜਥੇਬੰਦੀ ਬਾਲਦ ਕਲਾਂ ਦੀ ਇਕਾਈ ਉਸ ਨਾਲ ਖੜੂਗੀ। ਬਾਈ ਜੀ ਉਧਰ 3 ਜਥੇਬੰਦੀਆਂ ਵੱਡੀਆਂ, ਰਾਜੇਵਾਲ, ਡਕੌਂਦਾ ਜੀ, ਸਿੱਧੂਪੁਰ, ਪੂਰੇ ਪਿੰਡ ਦੀ ਪੰਚਾਇਤ, ਪੂਰੇ ਪਿੰਡ ਦੇ ਲੋਕ ਉੱਥੇ ਪਹੁੰਚੇ ਹੋਏ ਤੇ ਕਾਫੀ ਇਕੱਠ ਕੀਤਾ ਸੀ। ਫਿਰ ਉਹ ਕਿਉਂ ਇੱਕ ਪਾਸੇ ਇੱਧਰ ਹੋਏ ਪਏ ਨੇ ਵੀ ਇੱਧਰੋਂ ਧੱਕਾ ਹੋ ਰਿਹਾ ਜਾਂ ਉੱਧਰ ਧੱਕਾ ਹੋ ਰਿਹਾ, ਕੀ ਗੱਲ ਹੈ? ਉਹ 2-4 ਬੰਦੇ, 3 ਜਥੇਬੰਦੀਆਂ 2-4 ਬੰਦੇ ਨੇ ਲੋਕਾਂ ਨੂੰ ਫੁਸਲਾ ਕੇ ਗਲਤ ਕਰਕੇ ਉਹਨਾਂ ਨੇ ਉਹ ਇਕੱਠ ਕਰਿਆ। ਕੋਈ ਜਦ ਸੱਚਾਈ ਪਤਾ ਲੱਗੀ ਆ ਉੱਥੋਂ ਲੋਕ ਉੱਠਣ ਲੱਗ ਗਏ, ਕਿਉਂਕਿ ਜਦ ਉਹਨਾਂ ਪਤਾ ਲੱਗਿਆ ਵੀ ਗੱਲ ਅਸਲ ਇਹ ਆ, ਹਕੀਕਤ ਇਹ ਆ, ਬਲਜੀਤ ਕੌਰ ਦਾ ਵੀ ਇੱਥੇ ਹੱਕ ਬਣਦਾ, ਉਹਨੂੰ ਮਿਲਣਾ ਚਾਹੀਦਾ, ਤਾਂ ਉੱਥੋਂ ਲੋਕ ਖਿੰਡਣੇ ਸ਼ੁਰੂ ਹੋ ਗਏ ਤੇ ਉਹਨਾਂ ਦਾ ਜਿਹੜਾ ਇਕੱਠ ਕਰਿਆ ਸੀ ਉਹ ਫਲਪ ਹੋ ਗਿਆ। ਵੈਸੇ ਕਿਸੇ ਦੇ ਕਹਿਣ ਤੇ ਤਾਂ ਅੱਜ ਕੱਲ੍ਹ ਆਉਂਦਾ ਨਹੀਂ ਹੁੰਦਾ, ਕਿਉਂਕਿ ਪਿੰਡ ਦਿਆਂ ਨੂੰ ਪਤਾ ਹੁੰਦਾ ਵੀ ਜੇ 2 ਤਰ੍ਹਾਂ ਦੀ ਲੜਾਈ ਆ ਵੀ ਆਹ ਸਹੀ ਆ ਜੀ ਆਹ ਗਲਤ ਆ, ਕਿਤੇ ਨਾ ਕਿਤੇ ਪਤਾ ਤਾਂ ਹੁੰਦਾ ਹੀ ਆ ਹਰਪ੍ਰੀਤ ਜੀ। ਆਪਾਂ ਬਿਲਕੁਲ ਪਤਾ ਹੈ ਜੀ। ਲੋਕਾਂ ਨੂੰ ਜਦ ਦੱਸਿਆ ਅਸਲ ਹਕੀਕਤ, ਦੱਸਦੇ ਕੁਝ ਹੋਰ ਰਹੇ ਨੇ ਪਰਿਵਾਰ, ਤੇ ਜਦ ਉੱਥੇ ਆ ਕੇ ਪਤਾ ਲੱਗਿਆ ਉਹ ਹੋਰ ਪਤਾ ਲੱਗਿਆ, ਫਿਰ ਲੋਕ ਉੱਥੋਂ ਉੱਠਣੇ ਸ਼ੁਰੂ ਹੋਏ ਨੇ ਵੀ ਵਾਕਈ ਉੱਥੇ ਬਲਜੀਤ ਕੌਰ ਦਾ ਜਿਹੜਾ ਉਹ ਹੱਕ ਬਣਦਾ ਹੈ। ਬਿਲਕੁਲ। ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਆ, ਬਾਲਦ ਕਲਾਂ ਦੀ ਜੋ ਕਮੇਟੀ ਆ ਉਸ ਨਾਲ ਗੱਲਬਾਤ ਕੀਤੀ ਆ, ਕਿਉਂਕਿ ਇੱਕ ਪਾਸੇ ਪੂਰੀ ਪੰਚਾਇਤ, ਪੂਰੀਆਂ ਦੂਜੀਆਂ ਜਥੇਬੰਦੀਆਂ ਅਤੇ ਇੱਕ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜੀ ਤੇ ਕਿਤੇ ਨਾ ਕਿਤੇ ਉਹ ਇਲਜ਼ਾਮ ਲਾ ਰਹੇ ਸੀ ਕਿ ਜੋ ਕਬਜ਼ਾ ਕਰਵਾ ਰਹੇ ਨੇ, ਪਿੰਡ ਦਾ ਮਸਲਾ, ਇੱਕ ਪਰਿਵਾਰ ਦਾ ਮਸਲਾ, ਨਿੱਜੀ ਮਸਲਾ, ਜਾਨੀ ਕਿ ਨਿੱਜੀ ਮਸਲੇ 'ਚ ਆਉਣ ਦੀ ਗੱਲਬਾਤ ਹੋਈ ਸੀ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਉਗਰਾਹਾਂ ਗਰੁੱਪ ਦੇ ਆਗੂਆਂ ਦਾ ਕਹਿਣਾ ਕਿ ਸਾਡੀ ਕੋਈ ਦਖਲਅੰਦਾਜ਼ੀ ਨਹੀਂ, ਉਹਨਾਂ ਦਾ ਨਿੱਜੀ ਮਸਲਾ ਇਹ ਨਿੱਜੀ ਹੱਲ ਕਰਵਾਉਣਗੇ ਉਹ ਆਪ, ਤੇ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰ ਰਹੇ। ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਕਿ ਸਮਝੌਤਾ ਕਰਵਾ ਦਈਏ, ਪਰ ਸਮਝੌਤਾ ਨਹੀਂ ਹੋਇਆ। ਉਸ ਤੋਂ ਬਾਅਦ ਉਗਰਾਹਾਂ ਗਰੁੱਪ ਦੀ ਕੋਈ ਦਖਲਅੰਦਾਜ਼ੀ ਇਸ ਵਿੱਚ ਨਹੀਂ ਹੈ। ਕੈਮਰਾਮੈਨ ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।